घर नौवां जोन छाड़ जो जग में आयो। लागत पवन खसम बिसरायो। जियरा हर के गुना गाओ रहाओ। गर्भ जोन में उर्ध तप करता तो जठर अगन में रहता। 184 जोन भ्रम आयो। अब के छुट के ठौर न ठायो। कहो कबीर भज सारिंग पानी। आवत दिसै जात न जानी। वाहिगुरु जी का खालसा वाहिगुरु जी की फतेह। गुरु सवारी साध संगत जीओ, पवित्र गुरबाणी ਦੀ ਵਿਚਾਰ ਕਰਦੇ ਹਾਂ। ਇਸ ਗੌੜੀ ਅੱਖਰ ਦੇ ਨਾਲ 9 ਅੰਕ ਆਇਆ। ਇੱਥੇ ਸੰਪਰਦਾਈ ਵਿਦਵਾਨਾਂ ਨੇ ਇਹਨੂੰ 9ਵੀਂ ਪੜ੍ਹਨ ਦੀ ਹਦਾਇਤ ਕੀਤੀ ਹੈ ਕਿ ਗੌੜੀ ਰਾਗ ਦੀ ਕੋਈ ਜਾਤੀ ਹੈ, ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਹਨੂੰ 9ਵਾਂ ਘਰ ਮੰਨਿਆ ਹੈ। ਇਸ ਲਈ ਇਸ ਦਾ ਉਚਾਰਨ ਗੌੜੀ ਘਰ ਨਾਵਾਂ। ਕਹਿਣ ਦਾ ਭਾਵ ਇਸ ਨੂੰ ਗਾਇਨ ਕਰਨ ਵਾਲੇ ਕੀਰਤਨੀਆਂ ਲਈ ਇੱਕ ਸੇਧ ਹੈ। ਸ਼ਬਦ ਦੇ ਅੰਦਰ ਭਗਤ ਕਬੀਰ ਜੀ ਮਨੁੱਖ ਨੂੰ, ਪ੍ਰਾਣੀ ਮਾਤਰ ਨੂੰ, ਮੈਨੂੰ ਤੇ ਤੁਹਾਨੂੰ ਇਹ ਪ੍ਰੇਰਨਾ ਕਰਦੇ ਹਨ ਕਿ ਆਪਣੀ ਆਪਣੀ ਜਿੰਦ ਨੂੰ ਸਮਝਾਓ। ਜੇ ਮਨੁੱਖਾ ਜਨਮ ਮਿਲ ਗਿਆ ਇਹਨੂੰ ਅਜਾਈ ਨਾ ਗਵਾਓ। ਕੀ ਕਰੋ? ਜੀਅਰਾ ਹਰ ਕੇ ਗੁਨਾਹ ਗਾਓ। ਇਹ ਰਹਾਉ ਦੀ ਪੰਕਤੀ ਹੈ। ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਕਿਉਂਕਿ ਸਾਡੇ ਸਾਰਿਆਂ ਕੋਲ ਜਿੱਥੇ ਪਰਮਾਤਮਾ ਨੇ ਸਰੀਰ ਦਿੱਤਾ ਉੱਥੇ ਜਿੰਦ ਵੀ ਪਾਈ। ਰੋਜ਼ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ। 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਮਨੀ। ਇੱਕ ਨਾ 10ਵਾਂ ਦੁਆਰ ਦਿਖਾਇਆ। ਤਾਂ ਅਨੇਕ ਰੂਪ 9 ਨਵ ਨਿਧ। ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ। ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਬਾਣੀ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਕਿ ਹੇ ਵਣਜਾਰੇ ਜੀਵ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਹੁਕਮ ਪਿਆ ਗਰਭਾਸ। ਉਸ ਮਾਲਕ ਦੇ ਹੁਕਮ ਦੇ ਅੰਦਰ ਮਾਤਾ ਦੇ ਗਰਭ ਵਿੱਚ ਤੇਰੀ ਹੋਂਦ ਕਾਇਮ ਹੋਈ। ਪਿਛਲੇ ਸ਼ਬਦ ਵਿੱਚ ਵੀ, ਉਸ ਤੋਂ ਪਿਛਲੇ ਵਿੱਚ ਵੀ ਇਹ ਗੱਲ ਚੰਗੀ ਤਰ੍ਹਾਂ ਰਿੜਕੀ ਜਾ ਚੁੱਕੀ ਹੈ ਕਿ ਬਿੰਦ ਤੇ ਜਿਨ ਪਿੰਡ ਕੀਆ। ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਿਆ। ਬਹੁਰ ਲਾਗੀ ਮਾਇਆ। ਇਤਨੇ ਸਮੇਂ ਲਈ ਤੂੰ ਮਾਤਾ ਦੇ ਗਰਭ ਵਿੱਚ ਰਿਹਾ। ਉਸ ਗਰਭ ਵੱਲ ਇਸ਼ਾਰਾ ਕਰਕੇ ਵੀ ਭਗਤ ਜੀ ਸਮਝਾਉਂਦੇ ਹਨ
ਤੈਨੂੰ ਵਿਸਰ ਗਿਆ ਉਸ ਸਮਾਂ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਮੁਖ ਤਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰੈ ਜਿਸ ਦੇ ਨਾਏ ਪ੍ਰਤਪਾਲ ਮਾਤਾ ਉਦਰ ਰੱਖੈ ਲਗਨ ਦੇਤ ਨਾ ਸੇਕ ਸੋਈ ਸੁਆਮੀ ਇਹਾਂ ਰੱਖੇ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਜੀਅਰਾ ਹਰ ਕੇ ਗੁਣ ਗਾਓ। ਹੈ ਮੇਰੀ ਜਿੰਦੇ, ਹੈ ਮੇਰੇ ਜੀੜੇ, ਜੇ ਤੈਨੂੰ ਮਨੁੱਖਾ ਜਨਮ ਮਿਲ ਗਿਆ ਤਾਂ ਫਿਰ ਉਸ ਹਰੀ ਦੇ ਗੁਣ ਗਾਇਨ ਕਰਨਾ। ਕਈ ਲੋਕ ਬੜੇ ਊਟ ਪਟਾਂਗ ਗੱਲਾਂ ਵੀ ਕਰਦੇ ਨੇ। ਉਹ ਜੀ ਉਦੋਂ ਤਾਂ ਅਸੀਂ ਮਾਤਾ ਦੇ ਘਰ ਵਿੱਚ ਸੀ, ਹੁਣ ਤਾਂ ਮੌਜਾਂ ਲੈਣ ਦੀ। ਆਖਿਆ ਨਹੀਂ, ਭੁਲੇਖੇ ਵਿੱਚ ਨਾ ਮਾਰੇ ਜਾਇਓ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਆਖਿਆ ਜਿਤਨਾ ਪਰਮੇਸ਼ਰ ਦਾ ਨਾਮ ਉੱਥੇ ਜ਼ਰੂਰੀ ਸੀ, ਉਸ ਤੋਂ ਜ਼ਿਆਦਾ ਜ਼ਰੂਰੀ ਇੱਥੇ ਹੈ। ਉੱਥੇ ਤਾਂ ਪਰਮਾਤਮਾ ਨੇ ਆਪਣੇ ਬਿਰਧ ਦੀ ਪਾਲਣਾ ਕੀਤੀ। ਉੱਥੇ ਤਾਂ ਤੇਰੀ ਉਸ ਜਠਰ ਅਗਨੀ ਵਿੱਚ ਰਾਖੀ ਕੀਤੀ। ਇੱਥੇ ਮਾਇਆ ਰੂਪੀ ਅੱਗ ਹੈ, ਇਸ ਤੋਂ ਵੀ ਖਤਰਨਾਕ। ਪੜ੍ਹੋ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਬਚਨ, ਤਿਤ ਸਰ ਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਆਖਿਆ ਉਸ ਪਰਮਾਤਮਾ ਨੇ ਹੀ ਤੈਨੂੰ ਇਸ ਸੰਸਾਰ ਸਰੋਵਰ ਤੇ ਭੇਜਿਆ। ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਾਂ ਡੂਬੀ ਹਲੇ। ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਭੁੱਲਣਾ परमात्मा माता के उदर में प्रतिपाल करे सो क्यों मनो विसारी है। मनो क्यों विसारी है ए वरदाता जे अग्न में आहार पहुँचावे उसनो क्यों पो न सकी जिसनो अपनी लिव लावे। अपनी लिव आपे लाए गुरमुख सदा संभालिए। कह नानक ए वरदाता सो क्यों मनो विसारिए। जियरा हर के गुना गाओ। गुरु पातशाह ते बड़े ही जुगतियां तरीके ढंग वरत के सानू प्रेरना चाहते। मैं ते गुरु साहब तो कुर्बान जाना। गुरु हमेशा ऑर्डर करते पर नहीं,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਬੇਨਤੀਆਂ ਵੀ ਕਰਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨੁ ਸੁਹੇਲਾ। ਅਸੀਂ ਹੌਲੀ ਜੀ ਕਹਿ ਦਿੰਦੇ ਹਾਂ, ਹਾਲੀ ਕਿਹੜਾ ਬੁੱਢੇ ਹੋ ਗਏ ਹਾਂ, ਹਾਲੀ ਸਾਡੇ ਖਾਣ ਪੀਣ ਦਾ ਟਾਈਮ ਹੈ। ਪਾਤਸ਼ਾਹ ਕਹਿੰਦੇ ਨਹੀਂ, ਭੁਲੇਖੇ ਵਿੱਚ ਨਾ ਰਹੋ। ਆਓ ਤੇ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ, ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆਵੈ ਇਹ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਤੁਗ ਸਹਿਜੇ, ਬਹੁਰ ਨ ਹੋਏ ਕੋ ਫੇਰਾ, ਜੀਅਰਾ ਹਰ ਕੇ ਗੁਣਾ ਗਾਓ। ਠੀਕ ਹੈ, ਕੋਈ ਕਿਸੇ ਨੂੰ ਆਖੇ ਉਹਨੂੰ ਚੰਗਾ ਨਹੀਂ ਲੱਗਦਾ, ਤੁਸੀਂ ਕਿਉਂ ਫਿਕਰ ਕਰਦੇ ਹੋ ਜੀ, ਤੁਸੀਂ ਸਾਡਾ ਠੇਕਾ ਲਿਆ ਜੀ। ਉਹ ਮੇਰੇ ਪਾਤਸ਼ਾਹ ਕਹਿੰਦੇ ਨੇ, ਤੁਸੀਂ ਆਪਣੇ ਸਰੀਰ ਨੂੰ ਆਪ ਆਖੋ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਹੁਣ ਮੈਨੂੰ ਤੇ ਪਤਾ ਹੈ ਨਾ, ਤੁਹਾਨੂੰ ਤੇ ਪਤਾ ਹੈ ਨਾ, ਜਦੋਂ ਦੇ ਤੁਸੀਂ ਸੰਸਾਰ ਵਿੱਚ ਆਇਓ ਕੀ ਕੀਤਾ ਹੈ। ਬੰਦਾ ਬੜਾ ਚਤਰ ਚਲਾਕ ਹੈ, ਮੈਂ ਬੜਾ ਕੁਝ ਕੀਤਾ ਜੀ, ਮੈਂ ਇੰਨੀ ਜ਼ਮੀਨ ਬਣਾਈ ਹੈ, ਮੈਂ ਇੰਨੀਆਂ ਕੋਠੀਆਂ ਕਾਰਾਂ ਬਣਾ ਦਿੱਤੀਆਂ। ਪਾਤਸ਼ਾਹ ਕਹਿੰਦੇ ਨੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਤੂੰ ਕੱਖ ਵੀ ਨਹੀਂ ਕੀਤਾ। ਜਿਸ ਪਰਮਾਤਮਾ ਨੇ ਤੇਰੀ ਰਚਨਾ ਰਚੀ ਹੈ, ਜਿਸ ਨੇ ਤੈਨੂੰ ਇਹ ਸਰੀਰ ਦਿੱਤਾ, ਉਹਨੂੰ ਤੇ ਤੂੰ ਯਾਦ ਹੀ ਨਹੀਂ ਕੀਤਾ ਹੈ। ਤੋ ਇਸ ਸ਼ਬਦ ਰਾਹੀਂ ਭਗਤ ਕਬੀਰ ਜੀ ਸਾਨੂੰ ਸਭ ਨੂੰ ਪ੍ਰੇਰਨਾ ਕਰ, ਭਾਈ ਆਪਣੀ ਆਪਣੀ ਜਿੰਦ ਨੂੰ ਆਖੋ, ਜੀਅਰਾ ਹਰ ਕੇ ਗੁਣਾ ਗਾਓ, ਹਰੀ ਦੇ ਗੁਣ ਗਾਇਆ ਕਰ। ਸਾਡੀ ਜੋ ਹਾਲਤ ਹੈ ਉਹ ਵੀ ਭਗਤ ਕਬੀਰ ਜੀ ਨੇ ਬਿਆਨ ਕੀਤੀ। ਅਸੀਂ ਕੀ ਕਰ ਰਹੇ ਹਾਂ। ਕਬੀਰ ਮਾਨੁਖ ਜਨਮ ਦੁਲੰਭ ਹੈ, ਹੋਤ ਨ ਬਾਰੰਬਾਰ, ਜਿਉ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨ ਲਾਗੇ ਡਾਰ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕੇਰੇ ਕੰਮ। ਤੈਨੂੰ ਭੇਜਿਆ ਕਾਹਦੇ ਲਈ ਸੀ, ਤੂੰ ਮਾਤਲੋਕ ਵਿੱਚ ਆਇਆ ਕਾਹਦੇ ਲਈ ਸੀ, ਤੇ ਤੂੰ ਕਰ ਕੀ ਲਿਆ। ਜੀਅਰਾ ਹਰ ਕੇ ਗੁਣਾ ਗਾਓ, ਕਿਤਨੀ ਸੁੰਦਰ ਪ੍ਰੇਰਨਾ ਹੈ। ਆਪਣੇ ਆਪ ਨੂੰ ਆਪ ਆਖੋ, ਆਪਣੀ ਜਿੰਦ ਨੂੰ ਆਪ ਸਮਝਾਓ, ਹੇ ਮੇਰੀ ਜਿੰਦੇ, ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਪਰ ਸਾਡੀ ਹਾਲਤ ਕੀ ਹੈ, ਜੋਨ ਛਾੜ ਜੋ ਜਗ ਮੈਂ ਆਇਓ, ਮਾਤਾ ਦੇ ਗਰਭ ਨੂੰ ਛੱਡ ਕੇ, ਭਾਵ ਉਹਦੇ ਵਿੱਚੋਂ ਨਿਕਲ ਕੇ ਬਸ ਜਗਤ ਵਿੱਚ ਆਉਣ ਦੀ ਦੇਰੀ ਸੀ। ਜੋਨ ਛਾੜ ਜੋ ਜਗ ਮੈਂ ਆਇਓ, ਇੱਥੇ ਜਗ ਦਾ ਗੱਗਾ ਮੁਕਤਾ ਜ਼ਰੂਰ ਹੈ, ਪਰ ਨਾਲ ਮੈਂ ਆ ਗਿਆ। ਉਹ ਜਗ ਦੇ ਗੱਗੇ ਨੂੰ ਔਂਕੜ ਹੁੰਦਾ, ਨਾਉਨ ਪੁਲਿੰਗ ਇੱਕ ਵਚਨ, ਪਰ ਇੱਥੇ ਜਗ ਮੈਂ ਆਇਓ, ਜਗਤ ਵਿੱਚ ਆਇਆ। ਮਾਤਾ ਦੇ ਗਰਭ ਵਿੱਚੋਂ ਨਿਕਲਦਿਆਂ ਸਾਰ ਜਦੋਂ ਜਗਤ ਵਿੱਚ ਆਇਆ, ਲਾਗਤ ਪਵਨ ਖਸਮ ਵਿਚਰਾਇਓ, ਐਸੀ ਮਾਇਆ ਦੀ ਹਵਾ ਲੱਗੀ, ਐਸੀ ਤ੍ਰਿਸ਼ਨਾ ਦੀ ਹਵਾ ਲੱਗੀ
ਖਸਮ ਬਿਸਰਾਇਓ। ਵਾਹਿਗੁਰੂ ਦਾ ਨਾਮ ਹੀ ਭੁੱਲ ਗਏ। ਸੱਚਮੁੱਚ ਬੱਚਾ ਜਦੋਂ ਜਨਮ ਲੈਂਦਾ ਉਦੋਂ ਉਹਦੇ ਤੇ ਸੰਸਾਰ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ, ਪਰ ਹੌਲੀ ਹੌਲੀ ਸਾਰੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਰਲ ਕੇ ਫਿਰ ਕੀ ਹੁੰਦਾ, ਬੱਚੇ ਨੂੰ ਨਚਾਉਂਦੇ ਨੇ। ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ। ਵਧਾਈਆਂ, ਹੋਰ ਪਤਾ ਨਹੀਂ ਕੀ ਕੁਝ ਕਰਦੇ। ਬਸ ਉਹਦੇ ਵਿੱਚ ਹੀ ਜੀਵ ਗਲਤਾਨ ਹੋ ਜਾਂਦਾ। ਮੈਨੂੰ ਆਪਣੀ ਛੋਟੀ ਜਿਹੀ ਪੋਤੀ ਵੱਲ ਧਿਆਨ ਆਉਂਦਾ। ਜਦੋਂ ਹਾਲੀ ਉਹ ਬਹੁਤ ਛੋਟੀ ਸੀ, ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਸੀ। ਉਹਨੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਬਿਠਾ ਲੈਣਾ, ਵਾਹਿਗੁਰੂ ਵਾਹਿਗੁਰੂ ਬੋਲੋ, ਵਾਹਿਗੁਰੂ ਵਾਹਿਗੁਰੂ ਬੋਲੋ। ਅਸੀਂ ਬੜੇ ਖੁਸ਼ ਹੋਣਾ, ਭਾਈ ਦੇਖੋ ਪਰਮਾਤਮਾ ਦੀ ਕਿੰਨੀ ਕਿਰਪਾ। ਪਰ ਅੱਜ ਜਿਉਂ ਜਿਉਂ ਵੱਡੀ ਹੋਈ, ਉਹਨੂੰ ਖਾਣ ਪੀਣ ਦਾ ਚਸਕਾ ਤੇ ਹੋਰ ਗੱਲਾਂ ਵੱਲ ਖਿੱਚ ਵਧੀ, ਉਹ ਵਾਹਿਗੁਰੂ ਭੁੱਲ ਗਿਆ। ਸੱਚਮੁੱਚ ਸਾਡੀ ਸਭ ਦੀ ਇਹ ਹਾਲਤ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਬਸ ਮਾੜੀ ਜੀ ਹਵਾ ਲੱਗੀ ਤੇ ਮਾਲਕ ਭੁੱਲ ਗਏ। ਇਹ ਸਾਡੀ ਸਾਰਿਆਂ ਦੀ ਹਾਲਤ। ਜਿਨ੍ਹਾਂ ਨੂੰ ਸੋਝੀ ਆ ਜਾਂਦੀ ਉਹ ਤੇ ਅਰਦਾਸ ਕਰਦੇ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਹੁਣ ਸਾਡੀ ਇਹ ਹਾਲਤ। ਮੈਨੂੰ ਯਾਦ ਹੈ ਇੱਕ ਦਿਨ ਮੈਂ ਆਪਣੀ ਬੈਠਕ ਵਿੱਚ ਬੈਠਾ ਸੀ, ਸ਼ਾਮ ਦਾ ਟਾਈਮ ਸੀ। ਮੇਰੇ ਪਰਮ ਮਿੱਤਰ ਸਾਹ ਕਰਤਾਰ ਸਿੰਘ ਜੀ ਹੇਰੀਆ ਲੰਘੇ ਤੇ ਉਹਨਾਂ ਨੇ ਲਾਈਟ ਜਗਦੀ ਦੇਖੀ, ਸਮਝ ਗਏ। ਉਹ ਮੈਨੂੰ ਆਦਰ ਨਾਲ ਬਾਬਾ ਜੀ ਕਹਿੰਦੇ, ਬਾਬਾ ਜੀ ਬੈਠਕ 'ਚ ਬੈਠੇ ਹੋ? ਮੈਂ ਕਿਹਾ ਹਾਂ ਜੀ। ਆ ਗਏ, ਕਹਿੰਦੇ ਅੱਜ ਮੈਂ ਹਰਿਮੰਦਰ ਸਾਹਿਬ ਤੋਂ ਸ਼ਬਦ ਸੁਣਿਆ, ਮੈਨੂੰ ਹੋਰ ਤੇ ਸਾਰੀ ਸਮਝ ਆ ਗਈ, ਪਰ ਆ ਪਹਿਲੀ ਪੰਕਤੀ ਦੀ ਸਮਝ ਨਹੀਂ ਆਈ। ਮੈਂ ਕਿਹਾ ਬੈਠੋ। ਵਿਚਾਰ ਸ਼ੁਰੂ ਹੋ ਗਈ। ਅੱਜ ਗੁਰੂ ਕੇ ਕੀਰਤਨੀਆਂ ਨੇ ਸ਼ਬਦ ਪੜ੍ਹਿਆ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਇਹਦਾ ਕੀ ਮਤਲਬ ਹੈ? ਮੈਂ ਕਿਹਾ ਗੁਰੂ ਪਾਤਸ਼ਾਹ ਜੀ ਆਪ ਅਰਦਾਸ ਕਰਦੇ ਨੇ ਤੇ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ। ਹੇ ਵਾਹਿਗੁਰੂ ਕਿਰਪਾ ਕਰ। ਉਹ ਜਿਹੜੀ ਸਾਡੀ ਅਵਸਥਾ ਸੀ ਨਾ, ਜਿਹੜੀ ਅਸੀਂ ਗਵਾ ਬੈਠੇ। ਕਿਉਂਕਿ ਜਦੋਂ ਬੱਚਾ ਹੁੰਦਾ ਅਸੀਂ ਸਹਿਜੇ ਹੀ ਕਹਿੰਦੇ ਜੀ ਇਹ ਰੱਬ ਦਾ ਰੂਪ ਹੈ। ਜੇ ਕੋਈ ਪੁੱਛ ਲਵੇ ਕਿ ਬੱਚਾ ਰੱਬ ਦਾ ਰੂਪ ਕਿਵੇਂ ਹੈ, ਤਾਂ ਸਾਡਾ ਜਵਾਬ ਹੋਵੇਗਾ ਇਹ ਰੱਬ ਦੇ ਨੇੜੇ ਹੈ। ਇਹਦੇ ਅੰਦਰ ਰੱਬ ਵਰਗੇ ਗੁਣ ਹਨ। ਜੋ ਗੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿੱਚ ਰੱਬ ਦੇ ਦੱਸੇ ਨੇ, ਉਹ ਸਾਰੇ ਗੁਣ ਇਹਦੇ ਵਿੱਚ ਹੈਗੇ ਨੇ। ਇਹ ਨਿਰਭਉ ਵੀ ਹੈ, ਇਹ ਨਿਰਛਲ ਵੀ ਹੈ, ਇਹ ਨਿਰਵੈਰ ਵੀ ਹੈ, ਇਹ ਨਿਸ਼ਕਪਟ ਵੀ ਹੈ। ਹੁੰਦਾ ਕਿ ਨਹੀਂ ਕਿ ਅਸੀਂ ਵੀ ਕਦੇ ਬੱਚੇ ਸੀਗੇ, ਪਰ ਹੁਣ ਅਸੀਂ ਨਿਰਛਲ ਨਹੀਂ ਰਹੇ, ਅਸੀਂ ਨਿਸ਼ਕਪਟ ਨਹੀਂ ਰਹੇ, ਅਸੀਂ ਨਿਰਵੈਰ ਨਹੀਂ ਰਹੇ। ਅਸੀਂ ਉਹ ਸਾਰੇ ਦੈਵੀ ਗੁਣ ਗਵਾ ਬੈਠੇ। ਗੁਰੂ ਮਹਾਰਾਜ ਕਹਿੰਦੇ ਨੇ ਅਰਦਾਸ ਕਰੋ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਹੁਣ ਅਸੀਂ ਕੀ ਬਣ ਗਏ? ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ। ਭਗਤ ਕਬੀਰ ਜੀ ਇਸ ਸ਼ਬਦ ਵਿੱਚ ਉਹ ਸਾਰਾ ਨਕਸ਼ਾ ਸਾਡੇ ਸਾਹਮਣੇ ਉਲੀਕਦੇ ਨੇ। ਹੇ ਬੰਦੇ,
जोन छाड़ जो जग में आयो, लागत पवन खसम बिसरायो। जियरा हर के गुना गाओ रहाओ, गर्भ जोन में उर्द तप करता। ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਨਾ, ਉਲਟਾ ਲਟਕਿਆ ਹੋਇਆ ਸੀ, ਉਦੋਂ ਤੂੰ ਤਪ ਕਰ ਰਿਹਾ ਸੀ, ਉਦੋਂ ਤੂੰ ਸਵਾਸ ਸਵਾਸ ਸਿਮਰਨ ਕਰ ਰਿਹਾ ਸੀ, ਉਦੋਂ ਤੂੰ ਬੇਨਤੀਆਂ ਕਰ ਰਿਹਾ ਸੀ, ਹੇ ਵਾਹਿਗੁਰੂ ਮੈਨੂੰ ਇਸ ਨਰਕ ਵਿੱਚੋਂ ਇੱਕ ਵਾਰੀ ਕੱਢ, ਮੈਂ ਤੇਰਾ ਸਿਮਰਨ ਕਰਾਂਗਾ। ਗਰਭ ਜੋਨ ਮੈਂ ਉਰਦ ਤਪ ਕਰਤਾ। ਉਰਦ ਦਾ ਮਤਲਬ ਹੈ ਉਲਟਾ ਲਟਕ। ਇਹ ਗੱਲ ਤੇ ਸੱਚਾਈ ਹੈ ਨਾ ਕਿ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਿਆ ਹੁੰਦਾ। ਬਾਣੀ ਵਿੱਚ ਉਸ ਦਾ ਜ਼ਿਕਰ ਕੀਤਾ, ਮੁਖ ਤਲੇ ਪੈਰ ਉੱਪਰੇ ਵਸੰਦੋ ਕੋਥੜੈ ਥਾਂ। ਉਸ ਗੰਦੀ ਜਗ੍ਹਾ ਤੇ ਜਿੱਥੇ ਗੰਦਗੀ ਸੀ ਉੱਥੇ ਤੂੰ ਲਟਕ ਰਿਹਾ ਸੀ ਔਰ ਤੂੰ ਬੇਨਤੀਆਂ ਕਰ ਰਿਹਾ ਸੀ। ਗਰਭ ਜੋਨ ਮੈਂ ਉਰਦ ਤਪ ਕਰਤਾ, ਤੋ ਜਠਰ ਅਗਨ ਮੈਂ ਰਹਿਤਾ। 4 ਪ੍ਰਕਾਰ ਦੀ ਅੱਗ ਕਹੀ ਜਾਂਦੀ। ਇੱਕ ਹੈ ਡੌਂ ਅਗਨੀ, ਜੰਗਲ ਦੀ ਅੱਗ। ਇੱਕ ਹੈ ਬੜਵਾ ਨਾਲ ਅਗਨੀ, ਸਮੁੰਦਰ ਦੀ ਅੱਗ। ਇੱਕ ਹੈ ਜਠਰ ਅਗਨੀ, ਪੇਟ ਦੀ ਅੱਗ। ਇੱਕ ਹੈ ਪ੍ਰਤੱਖ ਅਗਨੀ। ਤੋ ਮਾਤਾ ਦੇ ਗਰਭ ਵਿੱਚ ਉਹ ਜਠਰ ਅਗਨੀ ਹੈ ਜਿਹੜੀ ਲਟਾਲਟ ਬਲ ਰਹੀ। ਜੋ ਕੁਝ ਮਾਤਾ ਖਾਂਦੀ ਸਭ ਭਸਮ ਹੋ ਜਾਂਦਾ। ਉਸ ਵੇਲੇ ਤੂੰ ਮਾਤਾ ਦੇ ਗਰਭ ਵਿੱਚ ਜਠਰ ਅਗਨੀ 'ਚ ਸੈਂ। ਉੱਥੇ ਤੈਨੂੰ ਕੌਣ ਬਚਾ ਰਿਹਾ ਸੀ? ਬਾਣੀ ਗੁਰੂ ਜੀ ਕਹਿੰਦੇ ਨੇ, ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੀ। ਗਰਭ ਜੋਨ ਮੈਂ ਉਰਦ ਤਪ ਕਰਤਾ, ਤੋ ਜਠਰ ਅਗਨ ਮੈਂ ਰਹਿਤਾ। ਉਦੋਂ ਤੂੰ ਮਾਤਾ ਦੇ ਪੇਟ ਵਿੱਚ ਜਠਰ ਅਗਨੀ 'ਚ ਬਚਿਆ ਹੋਇਆ ਸੀ ਤੇ ਹੁਣ ਤੂੰ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜੀਅਰਾ ਹਰ ਕੇ ਗੁਨਾ ਗਾਓ। ਓਏ ਨਾ ਭੁੱਲ, ਹਰ ਜਪਦਿਆਂ ਢਿੱਲ ਨਾ ਕੀਜਈ ਮੇਰੀ ਜਿੰਦੜੀਏ। ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਰਾਮ। ਲੱਖ 84 ਜੋਨ ਭ੍ਰਮ ਆਇਓ। ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਤੂੰ ਕਿੰਨੀਆਂ ਜੂਨੀਆਂ ਵਿੱਚ ਪਹੁੰਚ ਗਿਆ ਹੈ। ਬਾਣੀ ਵਿੱਚ ਉਹਨਾਂ ਜੂਨੀਆਂ ਦਾ ਜ਼ਿਕਰ ਵੀ ਕੀਤਾ। ਕਈ ਜਨਮ ਬੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੁਣ ਤੈਨੂੰ ਇਹ ਮਨੁੱਖਾ ਦੇਹੀ ਮਿਲੀ। ਮਿਲ ਜਗਦੀਸ਼ ਮਿਲਣ ਕੀ ਭਰੀਆ, ਚਿਰੰਕਾਲ ਏ ਦੇ ਸੰਜਰੀਆ। ਲੱਖ 84 ਜੋਨ ਭ੍ਰਮ ਆਇਓ, ਅਬ ਕੇ ਛੁੱਟ ਕੇ ਠੌਰ ਨ ਠਾਇਓ। ਜੇ ਹੁਣ ਤੂੰ ਛੁਟਕ ਗਿਆ ਨਾ, ਹੁਣ ਤੂੰ ਪਰਮਾਤਮਾ ਦਾ ਸਿਮਰਨ ਨਾ ਕੀਤਾ, ਤੈਨੂੰ ਕਿਧਰੇ ਠੌਰ ਠਾਂ ਨਹੀਂ ਮਿਲਣੀ। ਦੇਖ ਲੈ ਫਿਰ ਉਹੀ ਚੱਕਰ ਤਿਆਰ ਹੈ। ਜੀਅਰਾ ਹਰ ਕੇ ਗੁਨਾ ਗਾਓ। ਅਖੀਰ ਵਿੱਚ ਭਗਤ ਜੀ ਕਹਿੰਦੇ, ਕਹੋ ਕਬੀਰ ਭਜ ਸਾਰਿੰਗ ਪਾਨੀ, ਆਵਤ ਦੀ ਸਹਿ ਜਾਤ ਨ ਜਾਨੀ। ਕਬੀਰ ਜੀ ਪ੍ਰੇਰਨਾ ਕਰਦੇ ਨੇ, ਹੇ ਭਾਈ ਉਸ ਪਰਮਾਤਮਾ ਦਾ ਨਾਮ ਜਪਣਾ ਕਰ ਜਿਹੜਾ ਪਰਮਾਤਮਾ ਨਾ ਆਉਂਦਿਆਂ ਨਜ਼ਰ ਆਉਂਦਾ ਨਾ ਜਾਂਦਿਆਂ, ਭਾਵ ਆਉਂਦਾ ਜਾਂਦਾ ਨਹੀਂ ਹੈ। ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਤਾਂ ਤੇ ਬਈ ਸਾਨੂੰ ਸਾਰੇ ਜੀਵਾਂ ਨੂੰ ਭਗਤ ਜੀ ਪ੍ਰੇਰਨਾ ਕਰਦੇ ਨੇ, ਉਹਦਾ ਸਿਮਰਨ ਕਰੋ। ਸਿਮਰਨ ਕਰਨ ਵਾਸਤੇ ਇਹ ਮਨੁੱਖਾ ਦੇਹੀ ਮਿਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।